Hello students, this is your English teacher Mrs. Balraj Kaur, posted at Government Senior Secondary School, Karnana. Students, as you know, in our previous video we have done the first part of our first chapter of English literature book, bed number 29. Today we will do the second part of the same chapter. Okay, let's start. ਬੱਚੇ ਅਸੀਂ ਜਿਹੜਾ ਫਸਟ ਪਾਰਟ ਹੈਗਾ ਆਪਣਾ ਬੈਡ ਨੰਬਰ 29 ਫਸਟ ਚੈਪਟਰ ਜਿਹੜਾ ਇੰਗਲਿਸ਼ ਲਿਟਰੇਚਰ ਦਾ ਕਰ ਚੁੱਕੇ ਸੀ ਨਾਓ ਵੀ ਵਿਲ ਡੂ ਦ ਸੈਕਿੰਡ ਵਨ Every morning after breakfast, Neem would come to my bed. In a dreamy voice, he would describe a scene which I would work from dawn to dusk as if the day would never end. ਹਾਂਜੀ ਬੱਚੇ every morning ਹਰ ਇੱਕ ਸਵੇਰ ਬ੍ਰੇਕਫਾਸਟ ਦੇ ਬਾਅਦ ਆਪਣੇ ਸਵੇਰ ਦੇ ਨਾਸ਼ਤੇ ਤੋਂ ਬਾਅਦ ਜਿਹੜਾ ਨੀਮ ਸੀਗਾ ਉਹ ਆਥਰ ਦੇ ਬੈੱਡ ਦੇ ਕੋਲ ਆਉਂਦਾ ਸੀਗਾ ਇਨ ਅ ਡ੍ਰੀਮੀ ਵੌਇਸ ਡ੍ਰੀਮ ਮੀਨਸ ਸੁਪਨਾ ਤੇ ਡ੍ਰੀਮੀ ਸੁਪਨਮਈ ਆਵਾਜ਼ ਵਿੱਚ ਉਹ ਕਹਿੰਦਾ ਸੀਗਾ ਇੱਕ ਡਿਸਕ੍ਰਾਈਬ ਕਰਦਾ ਸੀ ਸੀਨ ਦਾ ਵਰਣਨ ਕਰਦਾ ਸੀਗਾ ਵਿਚ ਆਈ ਵੁੱਡ ਵਰਕ ਜਿਹਨੂੰ ਮੈਂ ਬਣਾਉਂਦਾ ਰਹਿੰਦਾ ਸੀ ਡੌਨ ਤੋਂ ਲੈ ਕੇ ਡਸਕ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਉਹ ਪੇਂਟ ਕਰਦਾ ਰਹਿੰਦਾ ਸੀ ਐਫ ਇਫ ਦਾ ਡੇ ਵੁੱਡ ਨਾ ਐਵੇਂ ਜਾਪਦਾ ਸੀ ਜਿਵੇਂ ਕਿ ਡੇ ਕਦੇ ਖਤਮ ਹੀ ਨਹੀਂ ਹੋਣਾ ਵਨ ਕੈਨਵਸ ਫਿਨਿਸ਼ਡ ਐਂਡ ਅਨਦਰ ਸਟਾਰਟਡ ਕਹਿੰਦਾ ਮੈਂ ਇੱਕ ਪੇਂਟਿੰਗ ਬਣਾਉਂਦਾ ਸੀ ਫਿਰ ਦੂਜੀ ਮੈਂ ਸਟਾਰਟ ਕਰ ਦਿੰਦਾ ਸੀਗਾ ਇਟ ਵਾਜ਼ ਵੰਡਰਫੁਲ ਇਹ ਬਹੁਤ ਹੀ ਵਧੀਆ ਲੱਗਦਾ ਸੀ ਨੇਮ ਵੁੱਡ ਮੇਕ ਮੀ ਡਰਾ ਆਲ ਦ ਮੈਜਿਕ ਡ੍ਰੀਮਲੈਂਡ ਸੀਨਰੀ ਨੀਮ ਕੀ ਕਰਦਾ ਸੀਗਾ ਮੈਨੂੰ ਮੇਰੇ ਕੋਲੋਂ ਡਰਾ ਕਰਵਾਉਂਦਾ ਸੀ ਮੈਜੀਕਲ ਡ੍ਰੀਮਲੈਂਡ ਸੀਨਰੀ ਕਹਿਣ ਦਾ ਭਾਵ ਹੈ ਕਿ ਆਪਣੀ ਇੱਕ ਜਾਦੂ ਵਾਲੀ ਡ੍ਰੀਮਲੈਂਡ ਵਿੱਚ ਸੁਪਨੇ ਦੀ ਦੁਨੀਆ ਵਿੱਚ ਲੈ ਜਾਂਦਾ ਸੀਗਾ ਮਤਲਬ ਕਹਿਣ ਦਾ ਭਾਵ ਜਿਹੜਾ ਆਥਰ ਸਭ ਕੁਝ ਭੁੱਲ ਜਾਂਦਾ ਸੀ ਜਦੋਂ ਪੇਂਟਿੰਗ ਕਰਦਾ ਸੀ ਇੱਕ ਡ੍ਰੀਮਲੈਂਡ 'ਚ ਪਹੁੰਚ ਜਾਂਦਾ ਸੀ ਮੈਜਿਕ ਜਾਦੂਈ ਡ੍ਰੀਮਲੈਂਡ 'ਚ losing myself in his world of colors, forgetting my blindness, I created on paper all he said. He always praised me and I became more and more convinced of my genius. ਉਹ ਕਹਿੰਦਾ ਸੀਗਾ ਕਿ ਮੈਂ ਆਪਣੇ ਆਪ ਨੂੰ ਮੈਂ ਗਵਾਚ ਹੀ ਜਾਂਦਾ ਸੀਗਾ ਜਿਹੜੇ ਵਰਡ ਆਫ ਕਲਰ ਕਿੱਦਾਂ ਦਾ ਸੰਸਾਰ ਰੰਗਾਂ ਦੇ ਸੰਸਾਰ ਵਿੱਚ ਫੋਰਗੈਟਿੰਗ ਮਾਈ ਬਲਾਈਂਡਨੈਸ ਮੈਂ ਤਾਂ ਆਪਣਾ ਭੁੱਲ ਹੀ ਜਾਂਦਾ ਸੀਗਾ ਕਿ ਮੇਰੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਮੈਂ ਬਲਾਈਂਡ ਹਾਂ ਮੈਂ ਅੰਨਾ ਹਾਂ ਆਈ ਕ੍ਰੀਏਟਿਡ ਔਨ ਪੇਪਰ ਆਲ ਹੀ ਸੈਡ ਜਿਵੇਂ ਜਿਵੇਂ ਉਹ ਕਹੀ ਜਾਂਦਾ ਸੀ ਮੈਂ ਸਾਰਾ ਉਹ ਕੁਛ ਪੇਪਰ 'ਤੇ ਕੈਨਵਸ 'ਤੇ ਬਣਾ ਦਿੰਦਾ ਸੀਗਾ ਹੀ ਆਲਵੇਜ਼ ਪ੍ਰੇਜ਼ਡ ਮੀ ਉਹ ਹਮੇਸ਼ਾ ਮੇਰੀ ਤਾਰੀਫ ਹੀ ਕਰਦਾ ਸੀ ਐਂਡ ਆਈ ਬਿਕੇਮ ਮੋਰ ਐਂਡ ਮੋਰ ਕਨਵਿੰਸਡ ਆਫ ਮਾਈ ਜੀਨੀਅਸ ਜਿਵੇਂ ਜਿਵੇਂ ਉਹ ਮੇਰੀ ਤਾਰੀਫ ਕਰਦਾ ਸੀ ਤਾਂ ਮੇਰਾ ਕੌਨਫੀਡੈਂਸ ਲੈਵਲ ਹੋਰ ਜਿਹੜਾ ਸੀਗਾ ਵੱਧਦਾ ਜਾਂਦਾ ਸੀ ਮੈਂ ਕਨਵਿੰਸ ਹੋ ਜਾਂਦਾ ਸੀ ਕਿ ਹਾਂ ਮੈਂ ਵਧੀਆ ਬਣਾ ਰਿਹਾ ਹੀ ਵੁੱਡ ਹਿਮਸੈਲਫ ਮਿਕਸ ਦ ਕਲਰਸ ਹੁਣ ਬੇਟੇ ਆਥਰ ਨੂੰ ਤਾਂ ਦਿਸਦਾ ਨਹੀਂ ਸੀਗਾ ਤਾਂ ਨੀਮ ਕੀ ਕਰਦਾ ਸੀਗਾ ਉਹਨੂੰ ਰੰਗ ਮਿਕਸ ਕਰਕੇ ਦੇ ਦਿੰਦਾ ਸੀ ਐਂਡ ਸੁਜੈਸਟ ਫੇਂਟ ਸ਼ੇਡ ਦੱਸਦਾ ਸੀਗਾ ਫਿੱਕਾ ਸ਼ੇਡ ਕਿੱਥੇ ਕਰਨਾ ਹੈ ਤਾਂ ਡਾਰਕ ਕਿੱਥੇ ਕਰਨਾ ਹੈ ਸਾਰਾ ਉਹਨੂੰ ਦੱਸ ਦਿੰਦਾ ਸੀ ਇਟ ਵਾਜ਼ ਦੈਨ ਦੈਟ ਡਾਕਟਰਸ ਆਪਰੇਟਡ ਅਪੋਨ ਮੀ ਅਗੇਨ ਹੁਣ ਕੀ ਹੋਇਆ ਡਾਕਟਰਸ ਪਹਿਲਾ ਆਪਰੇਸ਼ਨ ਤਾਂ ਉਹਦਾ ਫੇਲ ਹੋ ਗਿਆ ਸੀਗਾ ਹੈ ਨਾ ਫਿਰ ਕੀ ਹੋਇਆ ਡਾਕਟਰ ਨੇ ਦੁਬਾਰਾ ਉਹਦਾ ਜਿਹੜਾ ਆਥਰ ਹੈਗਾ ਉਹਦਾ ਆਪਰੇਸ਼ਨ ਕੀਤਾ ਨੀਮ ਹੈਡ ਟੇਕਨ ਓਵਰ ਦ ਵਰਕ ਆਫ ਰੀਡਿੰਗ ਟੂ ਮੀ or describing a scene from my window as I was unable to move from bed. ਜਦ ਮੇਰਾ ਕਹਿੰਦਾ ਸੈਕਿੰਡ ਆਪਰੇਸ਼ਨ ਹੋ ਗਿਆ ਤਾਂ ਨੀਮ ਜਿਹੜਾ ਸੀ ਮੇਰਾ ਖਿਆਲ ਰੱਖਦਾ ਸੀਗਾ ਉਹ ਕੀ ਕਰਦਾ ਸੀਗਾ ਤਰ੍ਹਾਂ ਤਰ੍ਹਾਂ ਦੀ ਬੁੱਕਸ ਜਿਹੜੀਆਂ ਉਹ ਰੀਡ ਕਰਦਾ ਸੀ ਅਤੇ ਜਾਂ ਮੇਰੇ ਕੋਲੋਂ ਸੀਨ ਜਿਹੜੇ ਬਾਹਰ ਵਿੰਡੋ ਦੇ ਖੜ੍ਹੇ ਹੋ ਕੇ ਉਹ ਸੀਨ ਕੋਈ ਨਾ ਕੋਈ ਡਿਸਕਰਾਈਬ ਕਰਦਾ ਸੀ ਉਹਨੂੰ ਦੱਸਦਾ ਰਹਿੰਦਾ ਸੀ ਕਿਉਂਕਿ ਉਹ ਆਥਰ ਜਿਹੜਾ ਹੈਗਾ ਉਹ ਬੈੱਡ 'ਤੇ ਪਿਆ ਬੇਟੇ ਉਹ ਤੁਰ ਫਿਰ ਨਹੀਂ ਸਕਦਾ ਕਿਉਂਕਿ ਉਹਦਾ ਅੱਖਾਂ ਦਾ ਆਪਰੇਸ਼ਨ ਜਿਹੜਾ ਹੈਗਾ ਦੁਬਾਰਾ ਹੋਇਆ ਐਜ਼ ਡੇ ਪਾਸ ਜਿਵੇਂ ਜਿਵੇਂ ਦਿਨ ਬੀਤਦੇ ਗਏ ਮਾਈ ਐਨਗਜ਼ਾਇਟੀ ਇਨਕਰੀਜ਼ ਮੇਰੀ ਚਿੰਤਾ ਵੱਧਦੀ ਗਈ ਪਾਰਟਲੀ ਬਿਕੋਜ਼ ਆਈ ਵਾਂਟਡ ਟੂ ਸੀ ਦ ਵਰਲਡ ਆਫ ਕਲਰਸ ਵਿਦ ਮਾਈ ਓਨ ਆਈਜ਼ ਕਿਉਂਕਿ ਮੈਂ ਦੁਬਾਰਾ ਕੀ ਦੇਖਣਾ ਚਾਹੁੰਦਾ ਸੀ ਦੁਨੀਆ ਇਹ ਰੰਗ ਬਿਰੰਗੀ ਦੁਨੀਆ ਜਿਹੜੀ ਆਪਣੀ ਅੱਖਾਂ ਨਾਲ ਮੈਂ ਦੇਖਣਾ ਚਾਹੁੰਦਾ ਸੀ ਆਥਰ ਕਹਿ ਰਿਹਾ ਅੱਗੇ ਦੇਖੋ ਬੱਚੇ but mostly because I had spent my last rupee on this very operation and in case of failure I would have to lead a wretched life or darkness and misery ਕਹਿੰਦਾ ਜੇ ਮੇਰਾ ਇਹ ਵਾਲਾ ਆਪਰੇਸ਼ਨ ਵੀ ਫੇਲ ਹੋ ਜਾਂਦਾ ਹੈ ਤਾਂ ਕਹਿੰਦਾ ਮੇਰੇ ਕੋਲ ਬਿਲਕੁਲ ਪੈਸੇ ਨਹੀਂ ਬਚੂਗੇ ਮੈਂ ਆਪਣੀ ਪਾਈ ਜਿਹੜੀ ਹੈ ਹੁਣ ਇਹ ਵਾਲੇ ਆਪਰੇਸ਼ਨ 'ਤੇ ਲਾ ਦਿੱਤੀ ਹੈ ਤਾਂ ਮੇਰਾ ਜੀਵਨ ਫਿਰ ਅੰਧਕਾਰ ਵਿੱਚ ਤਾਂ ਦੁੱਖਮਈ ਹੋ ਜਾਏਗਾ I went to doctor's room with nurse when Neem came and said, it's a beautiful day. I hope you see it soon. ਜਦੋਂ ਕਹਿੰਦਾ ਕਿ ਮੈਂ ਆਥਰ ਕਹਿੰਦਾ ਮੈਂ ਡਾਕਟਰ ਕੋ ਗਿਆ
ਨਰਸ ਰੂਮ ਵਿਦ ਦ ਨਰਸ ਦੇ ਨਾਲ ਗਿਆ। ਮੈਂ ਨੀਮ ਆਇਆ ਮੇਰੇ ਕੋਲ ਅਤੇ ਉਹਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸੁੰਦਰ ਹੈ। ਮੈਂ ਹੋਪ ਕਰਦਾ, ਮੈਂ ਆਸ਼ਾ ਕਰਦਾ ਤੂੰ ਇਹਨੂੰ ਜਿਹੜਾ ਹੈਗਾ ਦੇਖ ਪਾਵੇਂਗਾ, ਜਲਦੀ ਦੇਖ ਪਾਏਂਗਾ ਸੂਨ। ਆਈ ਟਰਾਈ ਟੂ ਆਨਸਰ ਬਟ ਦੇਰ ਵਾਜ਼ ਅ ਲੰਪ ਇਨ ਮਾਈ ਥਰੋਟ। ਕਹਿੰਦਾ ਮੇਰਾ ਆਨਸਰ ਦੇਣ ਦਾ ਤਾਂ ਮਨ ਕਰ ਰਿਹਾ ਸੀਗਾ ਕਿ ਹਾਂ ਬਈ ਮੈਂ ਕਾਸ਼ ਮੈਂ ਦੇਖ ਪਾਵਾਂ, ਪਰ ਦੇਰ ਵਾਜ਼ ਅ ਲੰਪ ਇਨ ਮਾਈ ਥਰੋਟ, ਮੇਰਾ ਗਲਾ ਨਾ ਭਰ ਆਇਆ, ਮੇਰੇ ਕੋਲ ਬੋਲ ਹੀ ਨਹੀਂ ਹੋਇਆ। I smelled the smell of the operation theatre. I felt gloved hand touching me gently. ਕਹਿੰਦਾ ਜਦੋਂ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਪੱਟੀ ਖੋਲ੍ਹਣ ਲਈ ਅੱਖਾਂ ਦੀ ਲਿਆਂਦਾ ਗਿਆ ਤਾਂ ਮੈਨੂੰ ਸਮੈਲ ਆ ਗਈ ਆਪਰੇਸ਼ਨ ਥੀਏਟਰ ਦੀ। ਹੁਣ ਤੁਸੀਂ ਬੱਚਾ ਹੌਸਪੀਟਲ 'ਚ ਵੀ ਜਾਂਦੇ ਆ, ਇੱਕ ਅਜੀਬ ਜਿਹੀ ਦਵਾਈਆਂ ਦੀ ਸਮੈਲ ਜੀ ਆਉਂਦੀ, ਤੁਹਾਨੂੰ ਪਤਾ ਲੱਗਦਾ ਹੈ ਕਿ ਹਾਂ ਅਸੀਂ ਹੌਸਪੀਟਲ ਆ ਗਏ ਆ। ਇੱਦਾਂ ਹੀ ਆਪਰੇਸ਼ਨ ਥੀਏਟਰ ਦੇ ਵੀ ਆਪਣੀ ਅਲੱਗ ਜਿਹੀ ਸਮੈਲ ਹੁੰਦੀ ਆ। ਆਈ ਫੈਲਟ ਗਲਵਡ ਹੈਂਡਸ, ਕਹਿੰਦਾ ਗਲਵਸ ਲਾ ਕੇ ਪਾ ਕੇ ਜਿਹੜੇ ਡਾਕਟਰ ਸਾਰਾ ਆਪਣਾ ਕੰਮ ਕਰਦੇ, ਗਲਵਸ ਉਹਨਾਂ ਨੇ ਪਾਏ ਹੋਏ ਸੀ। ਟੱਚਿੰਗ ਵੀ ਜੈਂਟਲੀ, ਮੈਨੂੰ ਬੜੇ ਪਿਆਰ ਨਾਲ ਛੂਹ ਰਹੇ ਸੀਗੇ। ਮਾਈ ਬੈਂਡੇਜ ਵਾਜ਼ ਬੀਇੰਗ ਅਨਮੂਵਡ, ਮੇਰੀ ਬੈਂਡੇਜ ਜਿਹੜੀ ਆ ਅੱਖਾਂ ਦੀ ਪੱਟੀ ਜਿਹੜੀ ਹੈਗੀ ਉਹ ਅੱਜ ਉਤਾਰਨੀ ਸੀ। ਦ ਕਲਾਉਡ ਟੈਗਡ ਐਂਡ ਵੌਇਸ ਸੈਡ, ਜਿਹੜੀ ਮੈਨੂੰ ਘੜੀ ਦੀ ਟਿਕ ਟਿਕ ਦੀ ਆਵਾਜ਼ ਸੁਣਾਈ ਸੀ, ਕਹਿਣ ਦਾ ਭਾਵ ਹੈ ਕਿ ਮੈਂ ਬੜਾ ਬੇਸਬਰੀ ਨਾਲ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਮੈਨੂੰ ਡਾਕਟਰ ਕਹਿਣ ਕਿ ਆਪਣੀਆਂ ਅੱਖਾਂ ਖੋਲ੍ਹ। ਅ ਵੌਇਸ ਸੈਡ ਓਪਨ ਯੂਰ ਆਈਜ਼, ਮੈਨੂੰ ਆਵਾਜ਼ ਆਈ ਅਤੇ ਕਿਹਾ ਗਿਆ ਕਿ ਆਪਣੀਆਂ ਅੱਖਾਂ ਖੋਲ੍ਹੋ। ਐਂਡ ਆਈ ਓਪਨ ਮਾਈ ਆਈਜ਼, ਤਾਂ ਮੈਂ ਆਪਣੀਆਂ ਅੱਖਾਂ ਖੋਲ੍ਹ ਲਈਆਂ। ਦੇਅਰ ਵਾਜ਼ ਦ ਸੇਮ ਅਨਐਂਡਿੰਗ ਡਾਰਕਨੈਸ, ਕਹਿੰਦਾ ਫਿਰ ਉਹੀ ਅੰਧਕਾਰ ਸੀਗਾ, ਹਨੇਰਾ ਸੀਗਾ ਜਿਹੜਾ ਕਿ ਕਦੀ ਵੀ ਖਤਮ ਨਹੀਂ ਹੁੰਦਾ ਸੀ। ਕਹਿਣ ਦਾ ਭਾਵ ਹੈ ਉਹਨੂੰ ਫਿਰ ਦੁਬਾਰਾ ਉਹਦਾ ਜਿਹੜਾ ਆਪਰੇਸ਼ਨ ਸੀ ਅਨਸਕਸੈਸਫੁਲ ਰਿਹਾ, ਅਸਫਲ ਰਿਹਾ, ਉਹਨੂੰ ਅਜੇ ਵੀ ਨਹੀਂ ਸੀ ਹੁਣ ਦਿਖਦਾ। ਆਈ ਵਾਜ਼ ਬੈਕ ਇਨ ਮਾਈ ਰੂਮ ਹੈਲਪ ਬਾਏ ਦ ਨਰਸ, ਮੈਂ ਆਪਣੇ ਰੂਮ ਵਿੱਚ ਜਿਹੜਾ ਮੇਰਾ ਕਮਰਾ ਸੀ ਉੱਥੇ ਵਾਪਸ ਆ ਗਿਆ। ਮੇਰੀ ਜਿਹੜੀ ਨਰਸ ਨੇ ਹੈਲਪ ਕੀਤੀ ਉਸ ਕਮਰੇ 'ਚ ਆਉਣ ਲਈ। ਸੋ ਦੇਰ ਵਾਜ਼ ਮਾਈ ਲਾਈਫ ਫੁੱਲ ਆਫ ਡਾਰਕਨੈਸ, ਤਾਂ ਮੇਰਾ ਜੀਵਨ ਫਿਰ ਅੰਧਕਾਰ ਨਾਲ ਭਰ ਗਿਆ। ਆਈ ਬਰੀਡ ਮਾਈ ਹੈਡ ਇਨ ਦ ਪਿਲੋ, ਹੋਰ ਕੀ ਕਰਨਾ ਸੀਗਾ, ਫਿਰ ਉਹ ਅਪਸੈਟ ਤਾਂ ਹੋ ਗਿਆ ਸੀਗਾ। ਆਪਣਾ ਸਿਰ ਜਿਹੜਾ ਪਿੱਲੋ ਥੱਲੇ ਦੇ ਕੇ ਉਹ ਅਪਸੈਟ ਹੋ ਗਿਆ, ਮਨ ਉਹਦਾ ਬੜਾ ਖਰਾਬ ਹੋ ਗਿਆ। ਨੀਮ ਵਾਜ਼ ਔਨ ਮਾਈ ਸਾਈਡ ਕੰਸੋਲਿੰਗ ਮੀ, ਨੀਮ ਦੂਜੀ ਸਾਈਡ 'ਤੇ ਕੀ ਕਰ ਰਿਹਾ ਸੀ, ਮੈਨੂੰ ਕੰਸੋਲ ਕਰ ਰਿਹਾ ਸੀ, ਸਾਂਤਵਨਾ ਦੇ ਰਿਹਾ ਸੀ, ਮੈਨੂੰ ਹੌਸਲਾ ਦੇ ਰਿਹਾ ਸੀ। ਆਈ ਵਿਲ ਬੀ ਗੋਇੰਗ ਸੂਨ ਨੀਮ, ਆਈ ਸੈਡ ਸੈਡਲੀ ਵਨ ਡੇ। ਆਈ ਹੈਵ ਨੋ ਮਨੀ ਨਾਓ, ਦਿਸ ਆਪਰੇਸ਼ਨ ਕੋਸਟ ਮੀ ਆਲ ਆਈ ਹੈਡ। ਹੁਣ ਕੀ ਹੁੰਦਾ ਉਹਨੂੰ ਦੱਸ ਰਿਹਾ, ਕਹਿੰਦਾ ਕਿ ਮੇਰਾ ਜਿਹੜਾ ਸੀਗਾ ਜਿੰਨੇ ਵੀ ਪੈਸੇ ਸੀਗੇ ਮੇਰੇ ਸਾਰੇ ਇਸ ਆਪਰੇਸ਼ਨ ਨੂੰ ਲੱਗੇ। ਨੀਮ ਨੂੰ ਦੱਸ ਰਿਹਾ। ਹੀ ਵਾਜ਼ ਸ਼ੌਕਡ, ਓ ਨੋ ਆਈ ਹੈਵ ਸਮ ਮਨੀ ਯੂ ਕੈਨ ਹੈਵ ਇਟ। ਹੁਣ ਨੀਮ ਕੀ ਕਹਿ ਰਿਹਾ, ਕਹਿੰਦਾ ਕਿ ਮੇਰੇ ਕੋਲ ਕੁਛ ਪੈਸੇ ਹੈਗੇ ਨੇ, ਜੇ ਤੈਨੂੰ ਚਾਹੀਦੇ ਤਾਂ ਤੂੰ ਲੈ ਸਕਦਾ। ਹੀ ਸੈਡ ਸੌਫਟਲੀ, ਉਹਨੇ ਬੜੇ ਹੀ ਪਿਆਰ ਨਾਲ ਕਿਹਾ। ਆਈ ਰਿਪਲਾਈਡ ਫਰਮਲੀ, ਕਹਿੰਦਾ ਮੈਂ ਬੜੀ ਜ਼ੋਰ ਦੀ ਕਿਹਾ ਥੈਂਕਸ ਨੀਮ, ਉਹਦਾ ਧੰਨਵਾਦ ਕੀਤਾ। ਆਈ ਹੈਵ ਨੈਵਰ ਬੈਗਡ ਨੋਰ ਵਿਲ ਆਈ, ਕਹਿੰਦਾ ਮੈਂ ਕਦੇ ਕਿਸੇ ਕੋਲ ਮੰਗ ਕੇ ਨਹੀਂ ਲਿਆ, ਕਦੀ ਭੀਖ ਨਹੀਂ ਮੰਗੀ ਜਾਂ ਮੰਗਿਆ ਨਹੀਂ, ਕਿਸੇ ਦਾ ਅੱਗੇ ਹੱਥ ਨਹੀਂ ਅੱਡੇ। ਥੈਂਕਸ ਆਲ, ਪਰ ਫਿਰ ਵੀ ਤੇਰਾ ਕਾਫੀ ਸ਼ੁਕਰੀਆ ਹੈ। ਹੀ ਟਰਾਈ ਟੂ ਪਰਸੂਏਡ ਮੀ, ਉਹ ਮੈਨੂੰ ਮਨਾਉਣਾ ਚਾਹ ਰਿਹਾ ਸੀਗਾ ਤਾਂ ਜੋ ਉਹਦੇ ਪੈਸੇ ਵਰਤ ਲਏ, ਬਟ ਆਈ ਡਿਡਨਟ ਲਿਸਨ, ਪਰ ਮੈਂ ਉਹਨੂੰ ਨਹੀਂ ਸੁਣਿਆ, ਧਿਆਨ ਨਹੀਂ ਦਿੱਤਾ। One afternoon Neem came running to my bed. Listen, old fellow, there is a friend of mine who is an art lover. ਨੀਮ ਉਹਨੂੰ ਦੁਪਹਿਰੇ ਹੁੰਦੀ ਹੈ ਤਾਂ ਨੀਮ ਉਹਦੇ ਕੋਲ ਭੱਜਾ ਆਉਂਦਾ ਹੈ, ਆਥਰ ਕੋਲ। ਉਹਨੂੰ ਕਹਿੰਦਾ ਸੁਣ, ਇੱਕ ਓਲਡ ਫੈਲੋ ਹੈ, ਇੱਕ ਬੁੜਾ ਆਦਮੀ ਹੈ ਜਿਹੜਾ ਕਿ ਮੇਰਾ ਫਰੈਂਡ ਹੈ, ਉਹ ਇੱਕ ਆਰਟ ਲਵਰ ਹੈ, ਕਲਾ ਦਾ ਬਹੁਤ ਪ੍ਰੇਮੀ ਹੈ। ਹੀ ਵਾਂਟਸ ਟੂ ਬਾਈ ਯੋਰ ਪੇਂਟਿੰਗ, ਉਹ ਤੇਰੀ ਜਿਹੜੀ ਪੇਂਟਿੰਗਸ ਤੋਂ ਬਣਾਈਆਂ ਹੈ ਉਹ ਖਰੀਦਣਾ ਚਾਹੁੰਦਾ ਹੈ। ਹਾਊ ਕੈਨ ਬੀ ਦੈਟ, ਦੇ ਮਸਟ ਬੀ ਆਫੁਲ, ਕਹਿੰਦਾ ਲੈ ਇਹ ਕਿੱਦਾਂ ਗੱਲ ਹੋਈ, ਉਹ ਕਿ ਮੈਂ ਕਿਹੜਾ ਇੰਨੀਆਂ ਸੋਹਣੀਆਂ ਬਣਾਈਆਂ ਹੈ, ਪਤਾ ਨਹੀਂ ਉਹ ਕਿਵੇਂ ਦੀਆਂ ਦੇਖਣ ਨੂੰ, ਭੱਦੀਆਂ ਆ ਕਿ ਕਿੱਦਾਂ ਦੀਆਂ ਆਫੁਲ ਹੈਗੀਆਂ। ਆਈ ਥੋਟ, ਮੈਂ ਸੋਚਿਆ, ਹੀ ਇਜ਼ ਰਿਚ, ਵੀ ਕੈਨ ਸਟਰਾਈਕ ਅ ਬਾਰਗੇਨ। ਨੀਮ ਫਿਰ ਕਹਿੰਦਾ ਕਿ ਉਹ ਅਮੀਰ ਬੰਦਾ ਹੈਗਾ ਹੈ, ਅਸੀਂ ਉਹਦੇ ਨਾਲ ਸੌਦਾ ਕਰ ਸਕਦੇ ਹਾਂ। ਆਈ ਕੰਸੈਂਟਡ ਐਂਡ ਨੀਮ ਡਾਂਸਡ ਅਰਾਊਂਡ ਦ ਰੂਮ ਵਿਦ ਜੋਏ। ਜਦ ਮੈਂ ਉਹਨੂੰ ਸਹਿਮਤੀ ਦੇ ਦਿੱਤੀ ਤਾਂ ਨੀਮ ਕੀ ਹੈ, ਖੁਸ਼ੀ ਦੇ ਮਾਰੇ ਝੂਮ ਪਿਆ ਪੂਰੇ ਕਮਰੇ 'ਚ। ਨੈਕਸਟ ਡੇ ਹੀ ਹੈਂਡਡ ਮੀ ਸਮ ਕ੍ਰਿਸਪ ਬੈਂਕ ਨੋਟਸ, ਅਗਲੇ ਦਿਨ ਹੀ ਉਹਨੇ ਮੈਨੂੰ ਕੁਛ ਜਿਹੜੇ ਕ੍ਰਿਸਪੀ ਨੋਟ ਜਿਹੜੇ ਸੀਗੇ ਬੈਂਕ ਦੇ ਉਹ ਮੇਰੇ ਹੱਥ 'ਚ ਫੜਾ ਤੇ। ਮਾਈ ਹੈਪੀਨੈਸ ਨਿਊ ਨੋ ਬਾਉਂਡਸ, ਮੇਰੀ ਖੁਸ਼ੀ ਦਾ ਤਾਂ ਠਿਕਾਣਾ ਹੀ ਨਹੀਂ ਰਿਹਾ। ਹੋਪ ਸੋਡ ਵਨਸ ਅਗੇਨ, ਦੁਬਾਰਾ ਮੇਰੇ ਮਨ 'ਚ ਜਿਹੜੀ ਸੀ ਉਮੀਦ ਜਾਗੀ ਉੱਠੀ। ਵਨਸ ਅਗੇਨ ਆਈ ਵਾਜ਼ ਲਿਵਿੰਗ ਫॉर ਸਮਥਿੰਗ, ਇੱਕ ਵਾਰੀ ਫਿਰ ਮੇਰਾ ਮਨ ਜਿਹੜਾ ਜੀਣ ਨੂੰ ਕੁਛ ਜੀਣ ਨੂੰ ਜਾਂ ਕਰਨ ਨੂੰ ਕੀਤਾ ਕਿ ਹੁਣ ਸ਼ਾਇਦ ਫਿਰ ਮੇਰੀ ਆਈਸਾਈਟ ਜਿਹੜੀ ਹੈ ਵਾਪਸ ਆ ਜਾਏ, ਉਹਦੇ ਮਨ 'ਚ ਇਹ ਸੀ। ਆਈ
took to painting again, ਕਹਿੰਦਾ ਦੁਬਾਰਾ ਮੈਂ ਪੇਂਟਿੰਗ ਕਰਨੀ ਸ਼ੁਰੂ ਕਰ ਦਿੱਤੀ। Every morning Neem would sit by my side and begin his dreamy tale। ਕੀ ਹੁੰਦਾ ਸੀ, ਰੋਜ਼ ਦੀ ਤਰ੍ਹਾਂ ਨੀਮ ਜਿਹੜਾ ਮੇਰੇ ਕੋਲ ਬੈਠਦਾ ਸੀਗਾ ਅਤੇ ਟੇਲ ਮਤਲਬ ਕਹਾਣੀ ਸੁਣਾਉਂਦਾ ਸੀ। ਡਰੀਮੀ ਜਿਹੜੀ ਆਪਣੀ ਹੈਗੀ ਹੈ ਸੁਪਨਿਆਂ ਦੀ ਕਹਾਣੀ 'ਚ ਮੈਨੂੰ ਲੈ ਜਾਂਦਾ ਸੀ ਤਾਂ ਮੈਂ ਉਹ ਡਰੋ ਕਰਦਾ ਸੀ। ਆਈ ਡਰਿਊ ਔਨ ਐਂਡ ਔਨ, ਜਿਵੇਂ ਉਹ ਬੋਲੀ ਜਾਂਦਾ ਸੀ ਮੈਂ ਉਹ ਡਰੋ ਕਰਦਾ ਰਹਿੰਦਾ ਸੀ। ਦ ਅਨਨੋਨ ਬਾਇਰ ਅਪੀਅਰਡ ਆਫ ਐਂਡ ਔਨ ਐਂਡ ਬੋਟ ਮਾਈ ਪੇਂਟਿੰਗਸ, ਜਿਹੜਾ ਜਿਹਦੇ ਬਾਰੇ ਨੀਮ ਨੇ ਦੱਸਿਆ ਸੀਗਾ ਕਿ ਓਲਡ ਫੈਲੋ ਆ ਤੇਰੀ ਪੇਂਟਿੰਗਸ ਖਰੀਦੇਗਾ, ਹੈ ਨਾ। ਉਹ ਕੀ ਕਰਦਾ ਸੀ, ਸਾਰੀਆਂ ਉਹਦੀਆਂ ਪੇਂਟਿੰਗਸ ਖਰੀਦੀ ਜਾ ਰਿਹਾ ਤਾਂ ਜਿਹੜਾ ਹੈਗਾ ਆਥਰ ਉਹ ਬਣਾਈ ਜਾ ਰਿਹਾ। ਨੀਮ ਡਿਸਕ੍ਰਾਈਬਡ ਸੀਨਸ ਆਫ ਦ 4 ਸੀਜ਼ਨਸ ਵਿਦ ਸੱਚ ਫੀਲਿੰਗ, ਸਪੈਸ਼ਲੀ ਦ ਸਨਸੈਟ। ਮੇਨਲੀ ਉਹਨੇ 4 ਜਿਹੜੇ ਹੈਗੇ ਸੀਜ਼ਨ ਮੌਸਮ ਦੇ ਜਿਹੜੇ ਦ੍ਰਿਸ਼ ਹੈਗੇ ਉਹ ਡਿਸਕ੍ਰਾਈਬ ਕੀਤੇ ਨੇ ਵਿਦ ਸੱਚ ਫੀਲਿੰਗ, ਸਪੈਸ਼ਲੀ ਦਾ ਕਿਹੜੇ ਹੈਗੇ ਨੇ, ਸਨਸੈਟ ਸੂਰਜ ਜਦ ਅਸਤ ਹੁੰਦਾ, ਉਹ 'ਚ ਕਿਹੜੇ ਕਲਰਸ ਉਹਨੇ ਯੂਜ਼ ਕੀਤੇ, ਪਿੰਕ, ਪਰਪਲ, white, violet and all shades of gold were splashed before my mind's eye। ਮੇਰੀ ਮਨ ਦੀ ਅੱਖਾਂ ਨਾਲ ਮੈਂ ਇਹ ਰੰਗ ਦੇਖ ਰਿਹਾ ਸੀ ਤਾਂ ਮੈਂ ਐਵੇਂ ਫੀਲ ਕਰ ਰਿਹਾ ਸੀਗਾ ਕਿ ਕਿਵੇਂ ਦਾ ਮੈਂ ਜਿਹੜਾ ਚਿੱਤਰ ਹੈਗਾ ਸਨਸੈਟ ਦਾ ਬਣਾਉਣਾ ਮੇਰੀ ਅੱਖਾਂ ਦੇ ਸਾਹਮਣੇ ਜਿਹੜਾ ਸੀਗਾ, ਮੇਰੀ ਮਨ ਦੀ ਅੱਖਾਂ ਨੇ ਉਹ ਚਿੱਤਰ ਜਿਹੜਾ ਸੀਗਾ ਉਹ ਦੇਖ ਲਿਆ ਹੋਇਆ ਸੀ। all my paintings had been bought, ਮੇਰੀ ਸਾਰੀ ਦੀ ਸਾਰੀ ਜਿਹੜੀ ਪੇਂਟਿੰਗ ਸੀਗੀਆਂ ਉਹ ਖਰੀਦ ਲਈਆਂ ਗਈਆਂ। and I found myself ready for the third operation, ਤਾਂ ਮੈਂ ਹੁਣ ਤੀਜੇ ਆਪਰੇਸ਼ਨ ਲਈ ਤਿਆਰ ਹੋ ਗਿਆ। ਆਫਟਰ ਦ ਆਪਰੇਸ਼ਨ ਵੈਨ ਆਈ ਰਿਗੇਨ ਕੌਨਸ਼ੀਅਸਨੈਸ, ਆਪਰੇਸ਼ਨ ਤੋਂ ਬਾਅਦ, ਕਿਉਂਕਿ ਆਪਰੇਸ਼ਨ ਜਦ ਹੁੰਦਾ ਤੁਹਾਨੂੰ ਬੇਹੋਸ਼ ਕਰ ਦਿੰਦੇ ਆ ਤਾਂ ਜੋ ਤੁਹਾਨੂੰ ਦੁੱਖ ਤਕਲੀਫ ਨਾ ਹੋਵੇ। ਕਹਿੰਦਾ ਜਦ ਮੈਂ ਹੋਸ਼ ਵਿੱਚ ਆਇਆ, ਵੈਨ ਆਈ ਰਿਗੇਨਡ, ਦੁਆਰਾ ਜਿਹੜਾ ਆਪਣੇ ਕੌਨਸ਼ੀਅਸ ਹੋਸ਼ 'ਚ ਆਇਆ, I was told not to move or speak with anyone, ਕਿ ਤੂੰ ਹਿਲ ਜੁਲ ਨਹੀਂ ਕਰਨੀ, ਨਾ ਕਿਸੇ ਨਾਲ ਗੱਲ ਕਰਨੀ ਹੈ। when my bandage was to be opened I asked for ਨੀਮ, ਜਦ ਮੇਰੀ ਬੈਂਡੇਜ ਖੋਲ੍ਹਣ ਦਾ ਸਮਾਂ ਆਇਆ ਤਾਂ ਮੈਂ ਪੁੱਛਿਆ ਨੀਮ ਕਿੱਥੇ ਹੈ। but the nurse said he was ill, ਨਰਸ ਨੇ ਦੱਸਿਆ ਉਹ ਤਾਂ ਬਿਮਾਰ ਹੈ। and could not come, ਉਹ ਨਹੀਂ ਆ ਸਕਦਾ। the doctor removed the bandage, ਡਾਕਟਰ ਨੇ ਜਿਹੜੀ ਪੱਟੀ ਸੀ ਜਾਂ ਬੈਂਡੇਜ ਸੀ ਦੀ ਉਹ ਅੱਖਾਂ ਤੋਂ ਉਤਾਰੀ। when I opened my eyes a flash of light tore through my eyes, I could see। ਫਿਰ ਕੀ ਗੱਲ ਸੀਗੀ, ਜਦੋਂ ਉਹਨੇ ਬੈਂਡੇਜ ਡਾਕਟਰ ਨੇ ਹਟਾਈ ਤਾਂ ਮੇਰੀ ਅੱਖਾਂ 'ਚ ਐਨ ਚਾਨਣ ਹੀ ਹੋ ਗਿਆ, ਫਲੈਸ਼ ਜਿੱਦਾਂ ਚਮਕਾਰਾ ਜਿਹਾ ਹੋਵੇ, ਹੈ ਨਾ, ਅੱਖਾਂ 'ਚ ਮੇਰੇ ਆ ਗਿਆ ਤਾਂ ਮੈਂ ਹੁਣ ਦੇਖ ਸਕਦਾ ਸੀ। ਆਥਰ ਹੁਣ ਦੇਖ ਸਕਦਾ ਹੈ, ਆਥਰ ਦੀ ਆਈਸਾਈਟ ਜਿਹੜੀ ਹੈ ਉਹ ਵਾਪਸ ਆ ਗਈ ਹੈ। ਦੇ ਵੀਲਡ ਮੀ ਬੈਕ ਟੂ ਮਾਈ ਰੂਮ, ਮੈਨੂੰ ਵੀਲ ਚੇਅਰ 'ਤੇ ਬਿਠਾ ਕੇ ਮੇਰੇ ਰੂਮ 'ਚ ਦੁਬਾਰਾ ਵਾਪਸ ਲੈ ਗਏ। ਆਈ ਕ੍ਰਾਈਡ, ਮੈਂ ਉੱਚੀ ਉੱਚੀ ਚਿল্ਲਾਇਆ, ਨੀਮ ਸਿਸਟਰ ਵੇਅਰ ਇਜ਼ ਨੀਮ। ਉਹਨੇ ਨਰਸ ਨੂੰ ਪੁੱਛਿਆ ਕਿ ਨੀਮ ਕਿੱਥੇ ਹੈ, ਨੀਮ ਕਹਿ ਕੇ ਉਹਨੇ ਕਾਫੀ ਆਵਾਜ਼ਾਂ ਉਹਨੂੰ ਮਾਰੀਆਂ। ਦ ਨਰਸ ਫੇਸ ਟਰਨਡ ਪੇਲ ਐਜ਼ ਸ਼ੀ ਹੈਂਡਡ ਨੀਮਸ ਲੈਟਰ, ਨਰਸ ਦਾ ਜਿਹੜਾ ਫੇਸ ਸੀਗਾ, ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ ਜਦ ਉਹਨੇ ਮੈਨੂੰ ਲੈਟਰ ਜਿਹੜਾ ਨੀਮ ਛੱਡ ਗਿਆ ਸੀਗਾ ਜਾਣ ਤੋਂ ਪਹਿਲਾਂ ਉਹਨੇ ਫੜਾਇਆ। ਦ ਗੋਡਸ ਆਫ ਆਰਟ ਸਮਾਈਲਡ ਔਨ ਮੀ, ਐਵੇਂ ਜਾਪਦਾ ਸੀ ਜਿਵੇਂ ਕਲਾ ਦੀ ਦੇਵੀ ਮੇਰੇ 'ਤੇ ਹੱਸ ਰਹੀ ਹੈ। ਐਂਡ ਦੈਨ ਐਜ਼ ਕੁਇਕਲੀ ਐਜ਼ ਸ਼ੀ ਹੈਡ ਕਮ, ਜਿਵੇਂ ਉਹ ਆਈ ਸੀ ਫਟਾਫਟ ਉਹ ਅਦ੍ਰਿਸ਼ ਹੋ ਗਈ, ਵੈਨਿਸ਼ ਹੋ ਗਈ, ਦਿਸੀ ਨਹੀਂ। ਮੈਡ ਵਿਦ ਗਰੀਫ, ਦੁੱਖ ਦੇ ਮਾਰੇ ਉਹ ਪਾਗਲ ਹੀ ਹੋ ਗਿਆ, ਮਤਲਬ ਕਿ ਬਹੁਤ ਜ਼ੋਰ ਦੀ ਰੋਣ ਲੱਗ ਪਿਆ। ਆਈ ਰਸ਼ਡ ਟੂ ਦ ਕਬਰਡ, ਉਹ ਅਲਮਾਰੀ 'ਚ ਜਿਹ 'ਚ ਪੇਂਟਿੰਗਸ ਉਹਨੇ ਰੱਖੀਆਂ ਸੀਗੀਆਂ ਉੱਥੇ ਫਟਾਫਟ ਗਿਆ। ਐਂਡ ਦੇਅਰ ਲੇ ਆਲ ਮਾਈ ਪੇਂਟਿੰਗਸ, ਉੱਥੇ ਮੇਰੀ ਸਾਰੀਆਂ ਪੇਂਟਿੰਗਸ ਪਈਆਂ ਸੀਗੀਆਂ। ਮੇਅਰ ਮਾਸਸ ਆਫ ਹੈਪਹੈਜ਼ਰਡਸ ਲਾਈਨਸ ਵਿਦਾਊਟ ਐਨੀ ਕਲਰ, ਬਿੰਗੀਆਂ ਟੇਡੀਆਂ ਕਹਿੰਦਾ ਲੈਣਾ ਬਣਾਈਆਂ ਹੋਈਆਂ ਸੀ, ਵਿੱਚ ਕਿਸੇ 'ਚ ਤਾਂ ਰੰਗ ਵੀ ਨਹੀਂ ਕੋਈ ਹੈਗਾ ਸੀਗਾ, ਮਤਲਬ ਐਵੇਂ ਹੀ ਸੀਗੀਆਂ ਪੇਂਟਿੰਗਸ ਉਹ, ਅਤੇ ਸਾਰੀਆਂ ਉੱਧਰ ਹੀ ਪਈਆਂ ਸੀ, ਕਿਸੇ ਨੇ ਸੀ ਨਹੀਂ ਖਰੀਦੀਆਂ। ਦ ਨਰਸ ਸਪੋਕ, ਨਰਸ ਨੇ ਕਿਹਾ ਹੀ ਵਾਜ਼ ਅ ਗ੍ਰੇਟ ਮੈਨ, ਉਹ ਬਹੁਤ ਹੀ ਮਹਾਨ ਬੰਦਾ ਸੀ। ਕੌਣ, ਨੀਮ। ਵਿਦ ਆਲ ਹਿਜ਼ ਮਨੀ ਹੀ ਬੌਟ ਦਿਸ ਪੇਂਟਿੰਗ, ਕਹਿੰਦਾ ਉਹਨੇ ਆਪਣੇ ਹੀ ਪੈਸੇ ਨਾਲ ਤੇਰੀ ਸਾਰੀਆਂ ਪੇਂਟਿੰਗਸ ਜਿਹੜੀਆਂ ਸੀ ਉਹ ਖਰੀਦੀਆਂ। ਐਂਡ ਮੂਵ ਆਊਟ ਆਫ ਦ ਹੋਸਪਿਟਲ ਵੈਨ ਹੀ ਕੁਡਨਟ ਅਫੋਰਡ ਇਟ, ਅਤੇ ਇਸ ਹੋਸਪਿਟਲ ਤੋਂ ਵਾਪਸ ਚਲਾ ਗਿਆ ਜਦ ਉਹ ਇੱਥੇ ਰਹਿਣਾ ਅਫੋਰਡ ਨਹੀਂ ਸੀ ਕਰ ਸਕਦਾ, ਉਹਦੇ ਕੋਲ ਪੈਸੇ ਹੀ ਨਹੀਂ ਬਚੇ ਹੋਸਪਿਟਲ 'ਚ ਰਹਿਣ ਲਈ। ਹੀ ਕੁਡਨਟ ਹੈਵ ਹਿਜ਼ ਥਰਡ ਆਪਰੇਸ਼ਨ, ਕਿਉਂਕਿ ਉਹਦਾ ਥਰਡ ਆਪਰੇਸ਼ਨ ਹੋ ਹੀ ਨਹੀਂ ਪਾਇਆ। ਵਾਟ, ਆਈ ਕ੍ਰਾਈਡ, ਆਪਰੇਸ਼ਨ, ਵਿਚ ਆਪਰੇਸ਼ਨ। ਹੁਣ ਆਥਰ ਨੂੰ ਤਾਂ ਕੁਛ ਪਤਾ ਹੀ ਨਹੀਂ ਹੈ, ਉਹ ਉੱਚੀ ਦਾਣੀ ਹੁਣ ਚੀਕ ਕੇ ਬੋਲ ਰਿਹਾ ਕਿ ਆਪਰੇਸ਼ਨ, ਨੀਮ ਦਾ ਕਿਹੜਾ ਆਪਰੇਸ਼ਨ ਹੋਣਾ ਸੀ, ਉਹਨੂੰ ਤਾਂ ਇਸ ਬਾਰੇ ਕੁਛ ਪਤਾ ਹੀ ਨਹੀਂ ਸੀ, ਕੋਈ ਨੌਲੇਜ ਹੀ ਨਹੀਂ ਸੀ। ਵਾਈ, ਹਿਜ਼ ਆਈਜ਼, ਆਫ ਕੋਰਸ ਹੀ ਵਾਜ਼ ਬਲਾਈਂਡ, ਸ਼ੀ ਸੈਡ, ਨਰਸ ਕਹਿੰਦੀ ਹੈ ਲੈ ਆਪਰੇਸ਼ਨ ਕਾਹਦਾ ਹੋਣਾ ਸੀ, ਉਹਦੇ ਅੱਖਾਂ ਦਾ ਹੀ ਹੋਣਾ ਸੀਗਾ, ਉਹ ਬਲਾਈਂਡ ਸੀਗਾ, ਉਹ ਵੀ ਤਾਂ ਅੰਨਾ ਹੀ ਸੀਗਾ। ਆਈ ਵਾਜ਼ ਅਨਏਬਲ ਟੂ ਮੂਵ ਫॉर ਸਮ ਟਾਈਮ, ਥੋੜ੍ਹੀ ਦੇਰ ਤਾਂ ਮੈਂ ਇੱਕ ਪਾਸੇ ਸਥਿਰ ਹੀ ਰਹਿ ਗਿਆ, ਮਤਲਬ ਸੁੰਨ ਪੈ ਗਿਆ ਕਿ ਮੈਨੂੰ ਉੱਧਰ ਮੂਵਮੈਂਟ ਮੇਰੇ 'ਚ ਕੋਈ ਹੋਈ ਨਹੀਂ, ਜਿਵੇਂ ਮੈਂ ਸੁੰਨ ਹੀ ਪੈ ਗਿਆ। ਟੀਅਰਸ ਬਲਾਈਂਡਡ ਮਾਈ ਆਈਜ਼, ਮੇਰੀ ਅੱਖਾਂ 'ਚ ਆਥਰੂ ਆਈ ਗਏ ਹੈ ਨਾ।
Under his pillow were 4 paintings he had painted of the 4th season before he was blind. ਪਿਲੋ ਦੇ ਨੀਚੇ 4 ਪੇਂਟਿੰਗਸ ਸੀਗੀਆਂ ਜਿਹੜੀਆਂ ਕਿ ਉਹਦੀ ਆਈਸੈਟ ਜਾਣ ਤੋਂ ਪਹਿਲਾਂ ਬਣਾਈਆਂ ਸੀ। ਹੀ ਡਿਸਕ੍ਰਾਈਬਡ ਦੋਜ਼ ਪੇਂਟਿੰਗ ਟੂ ਮੀ, ਉਹਨੇ ਉਹ ਪੇਂਟਿੰਗਸ ਮੈਨੂੰ ਦੱਸੀਆਂ ਸੀ। ਐਂਡ ਟਰਾਈ ਟੂ ਪੇਂਟ ਦੈਮ ਔਨ ਮਾਈ ਕੈਨਵਸ, ਤੇ ਮੇਰੇ ਕੈਨਵਸ 'ਤੇ ਬਣਾਉਣ ਲਈ ਉਹਨੇ ਉੱਤੇ ਟਰਾਈ ਕੀਤੀ ਸੀਗੀ, ਕੋਸ਼ਿਸ਼ ਕੀਤੀ ਸੀ। ਟੀਅਰਸ ਬਲਾਈਂਡਡ ਮਾਈ ਆਈਜ਼, ਆਈ ਹੈਲਡ ਹਿਜ਼ ਪੇਂਟਿੰਗਸ ਇਨ ਮਾਈ ਹੈਂਡ, ਕਿਉਂਕਿ ਉਹਦੇ ਕੋਲ ਹੁਣ ਉਹਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਸੀ। ਉਹਦੀ ਯਾਦ ਵਜੋਂ ਉਹ ਜਿਹੜੀ ਪੇਂਟਿੰਗ ਸੀਗੀਆਂ ਉਹਨੇ ਆਪਣੇ ਹੱਥ 'ਚ ਫੜੀਆਂ ਰੱਖੀਆਂ, ਹਮੇਸ਼ਾ ਲਈ ਆਪਣੇ ਕੋਲ ਰੱਖੀਆਂ, ਪਰ ਅਥਰੂ ਜਿਹੜੇ ਸੀਗੇ ਨਿਰੰਤਰ ਉਹਦੀ ਅੱਖਾਂ ਵਿੱਚ ਵਗਦੇ ਜਾ ਰਹੇ ਸਨ। ਸੋ ਦੈਟ ਵਾਜ਼ ਟਰੂ ਫਰੈਂਡਸ਼ਿਪ। ਠੀਕ ਹੈ, ਐਂਡ 'ਚ ਸਾਨੂੰ ਪਤਾ ਲੱਗਦਾ ਹੈ ਕਿ ਨੀਮ ਵੀ ਜਿਹੜਾ ਸੀਗਾ ਉਹ ਵੀ ਬਲਾਈਂਡ ਸੀ। ਆਥਰ ਤਾਂ ਹੈਗਾ ਹੀ ਸੀ, ਆਪਰੇਸ਼ਨ ਲਿਆ ਸੀ, ਪਰ ਨੀਮ ਵੀ ਬਲਾਈਂਡ ਸੀ। ਸੋ ਦੈਟ ਵਾਜ਼ ਆਲ ਅਬਾਊਟ ਯੋਰ ਚੈਪਟਰ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।